नहीं है सब तो पहले तो पाया हुआ पाया महाराज जी आदमी पाता मेरी मीडिया के सामने उठ के सरोपा पा दे हेलो ਉਹਦਾ ਹੱਥ ਰੱਖ ਲਓ ਮਹਾਰਾਜ ਦੇ ਹਜ਼ੂਰੀ ਚ ਪਾਤਾ ਫਿਰ ਪਏ ਤੇ ਐਸ ਰੋਪੇ ਹੋ ਗਏ एक और दो ਸੇਖਵਾ ਸਾਹਿਬ ਸਾਨੂੰ ਕਿਹੜਾ ਫੋਟੋ ਤੁਸੀਂ ਲਾਇਆ ਲਓ ਲਓ बोले सो एक थोड़ा थोड़ा जगह छड़ के अपन नाल लगो ने एक दूजे दे थोड़ा जा किथे जी अपना किथे हो लगे मैं ਮਾਈਕ ਕਿੱਥੇ ਰੱਖਦਾ ਸਭ ਤੋਂ ਪਹਿਲਾਂ ਜੀ ਮੀਡੀਆ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਮੇਰੇ ਦੋਨੋਂ ਹੱਥ ਜੋੜ ਕੇ ਮਾਫ ਕਰਨਾ ਕਿ ਅਸੀਂ ਬਹੁਤ ਲੇਟ ਹੋ ਗਏ। ਹਾਲਾਂਕਿ ਅਸੀਂ ਜਿਹੜੇ ਸਾਡੇ ਬਹੁਤ ਅੱਛੇ ਬੁਲਾਰੇ ਸੀ ਉਹ ਬੁਲਾਏ ਵੀ ਨਹੀਂ, ਪਰ ਕਿਉਂਕਿ ਟਾਈਮ 11 ਦਾ ਦੇ ਚੁੱਕੇ ਸੀ ਤੁਹਾਨੂੰ, ਇਸ ਕਰਕੇ ਕੁਛ ਅਸੀਂ ਪਹਿਲਾਂ ਸਰਦਾਰ ਰਣਜੀਤ ਸਿੰਘ ਹੋਰਾਂ ਦੇ ਘਰ ਗਏ, ਮਾਤਾ ਜੀ ਤੋਂ ਆਸ਼ੀਰਵਾਦ ਲਈ, ਉਹਨਾਂ ਨੇ ਸਰੂਪਾ ਵਗੈਰਾ ਦਿੱਤਾ। ਉੱਤੇ ਕਾਫੀ ਟੀਵੀ ਵਾਲੇ ਵੀ 2-3 ਆਏ ਹੋਏ ਸੀ, ਉਹਨਾਂ ਨੇ ਵੀ ਸਾਡਾ ਟਾਈਮ ਲੈ ਲਿਆ। ਇਸ ਕਰਕੇ ਉਹਨਾਂ ਤੁਹਾਨੂੰ ਉਹਦੀ ਖਿਮਾ ਚਾਹੁੰਦਾ। ਬਾਕੀ ਰਿਹਾ ਬਾਕੀ ਬੇਨਤੀ ਇਹ ਹੈ ਕਿ ਅੱਜ ਸਾਡੇ ਨਾਲ ਸਰਦਾਰ ਰਣਜੀਤ ਸਿੰਘ ਤਲਵੰਡੀ, ਜਿਨ੍ਹਾਂ ਦਾ ਪਰਿਵਾਰ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਅਸਲੀ ਕਿ ਪੁਸ਼ਤਾਂ ਤੋਂ ਲਾ ਕੇ ਅਕਾਲੀ ਨੇ, ਉਹ ਆ ਕੇ ਆਪਣੇ ਸਾਥੀਆਂ ਨਾਲ ਸਾਡੇ ਨਾਲ ਸ਼ਾਮਲ ਹੋਏ ਨੇ। ਸਰਦਾਰ ਬਲਦੇਵ ਸਿੰਘ ਜੀ ਇਹ ਵੀ ਐਕਸ-MLA ਨੇ, ਇਹ ਵੀ ਆਪਣੇ ਸਾਥੀਆਂ ਨਾਲ ਸਾਡੇ ਨਾਲ ਰਣਜੀਤ ਸਿੰਘ ਨਾਲ ਸ਼ਾਮਲ ਹੋਏ ਨੇ। ਇਹ ਤੁਹਾਨੂੰ ਪਤਾ ਹੀ ਹੈ ਕਿ ਤਲਵੰਡੀ ਸਾਹਿਬ, ਜਿਨ੍ਹਾਂ ਨੂੰ ਲੋਹ ਪੁਰਸ਼ ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਔਰ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਨੇ ਗਿਆਨੀ ਕਰਤਾਰ ਸਿੰਘ ਨੂੰ, ਜੋ ਸਾਡੇ ਪੰਜਾਬੀਆਂ ਦਾ ਕਹਿ ਲਓ ਸਿੱਖਾਂ ਦਾ ਦਿਮਾਗ ਗਿਣਿਆ ਜਾਂਦਾ ਸੀ, ਉਹਨਾਂ ਨੂੰ ਸਿਰਫ ਇਲੈਕਸ਼ਨ ਲੜਾਉਣ ਲਈ ਇੱਕ ਮਰਬਾ ਸਰਦਾਰ ਜਥੇਦਾਰ ਸ਼ਾਂਗਾ ਸਿੰਘ ਜੀ ਨੇ ਦਿੱਤਾ ਸੀ, ਜੋ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਿਤਾ ਜੀ ਸੀ। ਅਤੇ ਹੁਣ ਇਹ ਆਏ ਨੇ, ਪਹਿਲਾਂ ਇਹਨਾਂ ਤੋਂ ਵੀ ਪਹਿਲਾਂ ਸਾਡੇ ਨਾਲ ਇਹਨਾਂ ਦੀ ਭੈਣ ਜਥੇਦਾਰ ਜਗਦੇਵ ਸਿੰਘ ਦੀ ਤਲਵੰਡੀ ਜੀ ਦੀ ਸਪੁੱਤਰੀ ਬੀਬੀ ਹਰਜੀਤ ਕੌਰ ਪਹਿਲੇ ਦਿਨ ਤੋਂ ਹੀ ਸਾਡੀਆਂ ਸਾਰੀਆਂ ਮੀਟਿੰਗਾਂ 'ਚ ਆਉਂਦੇ ਰਹੇ ਨੇ, ਔਰ ਉਹਨਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਹੈ। ਮੈਂ ਇਹਨਾਂ ਦੇ ਬਹੁਤ ਸਾਥੀ ਸੀ, ਅੱਜ ਉਹਨਾਂ ਨੂੰ ਉੱਤੇ ਅਸੀਂ ਉੱਪਰ ਸਰੋਪਾ ਵੀ ਨਹੀਂ ਦੇ ਸਕੇ, ਸਿਰਫ ਦੁਆ ਨੂੰ ਦਿੱਤਾ ਕਿ ਸਰਦਾਰ ਰਣਜੀਤ ਸਿੰਘ ਤਲਵੰਡੀ ਨਾਲ ਬਹੁਤ ਵੱਡਾ ਕਾਫਲਾ ਵੀ ਆਇਆ। ਇਹਨਾਂ ਦੇ ਰੋਕਣ ਦੇ ਬਾਵਜੂਦ ਵੀ ਅਸੀਂ ਵੀ ਰੋਕਿਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਦੇ ਹੁਕਮ ਨੇ ਕਿ ਬੰਦੇ ਇਕੱਠੇ ਨਹੀਂ ਕਰਨੇ, ਅਤੇ ਉਸ ਕਰਕੇ ਪਰ ਫਿਰ ਵੀ ਬਹੁਤ ਵੱਡੇ ਕਾਫਲੇ 'ਚ ਰੋਕੀ ਆਏ ਨੇ। ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਔਰ ਦੂਸਰਾ ਬੇਨਤੀ ਹੈ ਕਿ ਇਹਦੇ ਨਾਲ ਸਾਡੀ ਐਡੀ ਵੱਡੀ ਤਾਕਤ ਬਣੀ ਹੈ ਕਿ ਹਰ ਰੋਜ਼ ਸਾਡੇ ਨਾਲ ਆ ਰਹੇ ਨੇ, ਸਾਡਾ ਜਥਾ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ, ਔਰ ਹਰ ਰੋਜ਼ ਸਾਨੂੰ ਹਰੇਕ ਜ਼ਿਲ੍ਹੇ 'ਚੋਂ ਆਉਂਦੇ ਨੇ ਕਿ ਸਾਨੂੰ ਵੀ ਆਓ ਜੀ, ਅਸੀਂ ਤੁਹਾਡੇ ਵਿੱਚ ਸ਼ਾਮਲ ਹੋਣਾ। ਕੋਈ ਕਹਿੰਦਾ ਕਿਉਂਕਿ ਮੇਰੇ ਲਈ ਮੁਸ਼ਕਿਲ ਹੋ ਗਿਆ, ਕੁਛ ਉਮਰ ਕਰਕੇ, ਕੁਛ ਕਰੋਨਾ ਕਰਕੇ, ਅਤੇ ਮੈਂ ਹੁਣ ਇਹਨਾਂ ਨੂੰ ਬੇਨਤੀ ਕੀਤੀ ਹੈ, ਸਾਰੇ ਨੌਜਵਾਨ ਸਾਥੀ ਨੇ, ਸਾਡੇ ਮੇਰੇ ਪੁਰਾਣੇ ਸਾਥੀ ਵੀ ਨੇ, ਉਹਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਅਸੀਂ ਕੁਛ ਦਿਨਾਂ 'ਚ, 1-2 ਦਿਨ 'ਚ ਹੀ ਸਾਨੂੰ 2 ਦਿਨ ਦੇ ਮੇਰੇ ਪ੍ਰੋਗਰਾਮ ਹੋਰ ਨੇ, ਕੱਲ੍ਹ ਅਤੇ ਪਰਸੋਂ ਦਾ, ਅਸੀਂ ਇੱਕ ਕਮੇਟੀਆਂ ਬਣਾਵਾਂਗੇ। ਇੱਕ ਤਾਂ ਬਣਾਵਾਂਗੇ ਸਾਡੀਆਂ ਆਪਣੀਆਂ ਕਮੇਟੀਆਂ, ਜਿਹਦੇ 'ਚ ਤੁਹਾਨੂੰ ਵੀ ਤਕਲੀਫ ਨਹੀਂ ਹੋਏਗੀ। ਅਸੀਂ ਸਪੋਕਸ ਪਰਸਨ ਵੀ ਬਣਾ ਦੇਣੇ ਨੇ, ਕਿਸੇ ਨੇ TV 'ਤੇ ਬੁਲਾਉਣਾ ਹੈ, ਉਹਨਾਂ 'ਚੋਂ ਕੋਈ ਨਾ ਕਿਸੇ ਦੀ ਜ਼ਿੰਮੇਵਾਰੀ ਹੋਊਗੀ, ਉਹ ਜਾ ਕੇ ਪਾਰਟੀ ਦਾ ਪੱਖ ਪੇਸ਼ ਕਰੂਗਾ। ਇੱਕ ਅਸੀਂ ਕੰਸਟੀਟਿਊਸ਼ਨ ਕਮੇਟੀ, ਕਿ ਅਨੰਦਪੁਰ ਸਾਹਿਬ ਦੇ ਕਈ ਕੰਸਟੀਟਿਊਸ਼ਨ ਨੇ, ਉਹ ਵੀ ਉਹਨਾਂ ਵਿੱਚ ਵੀ ਉਹਨਾਂ ਨੂੰ ਕੰਸਟੀਟਿਊਸ਼ਨ ਕਮੇਟੀ ਬਣਾਈ ਹੈ, ਕੁਛ ਉਹਨੂੰ ਵੱਡੀ ਕਰਾਂਗੇ, ਹੋਰ ਕਰਾਂਗੇ। ਇੱਕ ਕਮੇਟੀ ਅਸੀਂ ਬਣਾ ਰਹੇ ਹਾਂ
ਜਿਹੜੀ ਕੋਆਰਡੀਨੇਟ ਕਰੇਗੀ, ਲੋਕਾਂ ਨੂੰ ਸਮਝਾਉਣ ਦਾ ਜੋ ਕੋਈ ਕਰੇਗਾ ਉਹਨਾਂ ਨੂੰ ਮਿਲਾਉਣ ਦਾ ਕਰੇਗੀ, ਔਰ ਹੋਰ ਵੀ ਜੋ ਕਰਨਗੇ। ਇੱਕ ਅਸੀਂ ਸੋਚ ਰਹੇ ਹਾਂ ਕਿ ਜਿੰਨੇ ਰਿਟਾਇਰਡ ਅਫਸਰ ਨੇ ਜਾਂ ਹੁਣ ਬੁੱਧੀਜੀਵੀ ਨੇ, ਕੋਈ ਬਹੁਤ ਵੱਡੇ ਵੱਡੇ, ਕੋਈ ਐਗਰੀਕਲਚਰਿਸਟ ਨੇ, ਕੋਈ ਐਜੂਕੇਸ਼ਨਿਸਟ ਨੇ, ਉਹਨਾਂ ਦੀ ਲੈ ਕੇ ਉਹਨਾਂ ਦੀ ਪ੍ਰਵਾਨਗੀ ਉਹਨਾਂ ਦੀ ਇੱਕ ਕਮੇਟੀਆਂ ਬਣਾਵਾਂਗੇ ਕੁਛ, ਜਿਹੜੀਆਂ ਸਾਨੂੰ ਰੋਡ ਮੈਪ ਬਣਾ ਕੇ ਦੇਵੇਗੀ, ਤਾਂ ਕਿ ਅਸੀਂ ਇਸ ਤਰੀਕੇ ਨਾਲ ਪਾਰਟੀ ਚਲਾਈਏ ਕਿ ਕੋਈ ਵੀ ਤਬਕਾ ਸਾਡੇ ਜਦੋਂ ਪਾਰਟੀ ਫਾਰਮ ਕੀਤੀ ਹੈ ਉਸ ਦਿਨ ਵੀ ਅਸੀਂ 15-16 ਪ੍ਰੋਗਰਾਮ ਦਿੱਤੇ ਨੇ, ਪੁਆਇੰਟ ਦਿੱਤੇ ਨੇ, ਉਹਨਾਂ ਦਾ ਰੋਡ ਮੈਪ ਕੀ ਹੋਵੇ, ਕਿਉਂਕਿ ਉਹ ਤਾਂ ਹੋ ਗਿਆ, ਸਾਡਾ ਮਿਸ਼ਨ ਤਾਂ ਹੈ ਕਿ ਉਹ ਸਾਰੀਆਂ ਪਰ ਕਰਾਂਗੇ। ਜੇ ਕੋਈ ਹੋਰ ਵੀ ਸਾਨੂੰ ਸੁਜੈਸ਼ਨ ਆਏਗੀ ਉਹਦੇ ਨੂੰ ਵੀ ਐਡ ਕਰਾਂਗੇ, ਲੇਕਿਨ ਤੁਹਾਨੂੰ ਪਤਾ ਹੈ ਕਿ ਉਹਦਾ ਰੋਡ ਮੈਪ ਕਰਾਉਣ ਲਈ ਉਹ ਐਕਸਪਰਟ ਲੋਕਾਂ ਨੂੰ ਤੋਂ ਅਸੀਂ ਰਾਏ ਲਵਾਂਗੇ, ਉਹਦੇ ਨਾਲ ਕਰਾਂਗੇ। ਇਸ ਕਰਕੇ ਅੱਜ ਤਾਂ ਸਿਰਫ ਤੇ ਸਿਰਫ ਜਥੇਦਾਰ ਜਗਦੇਵ ਸਿੰਘ ਤਲਵੰਡੀ ਹੋਰਾਂ ਨੂੰ, ਸਾਹਿਬ ਬਲਦੇਵ ਸਿੰਘ ਹੋਰਾਂ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਉਹ ਗੱਲ, ਇਸ ਕਰਕੇ ਸਾਡੇ ਸਾਹਮਣੇ ਬਹੁਤ ਵੱਡੀਆਂ ਗੱਲਾਂ ਨੇ। ਤੁਹਾਨੂੰ ਪਤਾ ਰੋਜ਼ ਇੱਕ ਗੱਲ ਕਰੀਏ ਅਸੀਂ ਚੰਗਾ ਨਹੀਂ ਲੱਗਦਾ, ਲੇਕਿਨ ਇੱਕ ਚੀਜ਼ ਹੈ ਜਿਹੜੀ ਹਰੇਕ ਸਿੱਖ ਨੂੰ, ਇਕੱਲੇ ਸਿੱਖਾਂ ਨੂੰ ਨਹੀਂ, ਜਿਹੜਾ ਵੀ ਧਰਮ ਨੂੰ ਮੰਨਣ ਵਾਲਾ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ। ਬਾਕੀ ਗੱਲਾਂ ਜੇ ਛੱਡੀਏ ਹੋਰ ਵੀ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੋ ਹੋ ਰਹੀ ਹੈ ਉਹ ਕੋਈ ਵੀ ਸਿੱਖ ਨਹੀਂ ਬਰਦਾਸ਼ਤ ਕਰਦਾ, ਕੋਈ ਧਰਮ ਨੂੰ ਮੰਨਣ ਵਾਲਾ ਗੈਰ ਸਿੱਖ ਵੀ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਉਹਦੇ ਲਈ ਅਸੀਂ ਜਦੋਂ ਜਹਿਦ ਉਹ ਪਹਿਲਾਂ ਕਰਾਂਗੇ, ਕਿਉਂਕਿ ਸ਼੍ਰੋਮਣੀ ਕਮੇਟੀ ਜਦੋਂ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਸ਼੍ਰੋਮਣੀ ਕਮੇਟੀ ਵਿੱਚ, ਤਾਂ ਸਾਡੀ ਜਿਹੜੀ ਟੀਮ ਹੋਏਗੀ ਉਹ ਵੀ ਤੁਹਾਨੂੰ ਮੈਂ ਵਿਸ਼ਵਾਸ ਪਾਉਣਾ ਕਿ ਜਿੰਨਾ ਵੀ ਕੋਈ ਸ਼੍ਰੋਮਣੀ ਕਮੇਟੀ 'ਚ ਘਪਲੇ ਹੋਏ ਨੇ, ਜਿੰਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਵੀ ਰੱਖੇਗੀ ਔਰ ਉਹਨਾਂ ਨੂੰ ਨੰਗਿਆ ਵੀ ਕਰੇਗੀ ਔਰ ਉਹ 'ਤੇ ਬਣਦਾ ਹੋਇਆ ਐਕਸ਼ਨ ਵੀ ਕਰੇਗੀ। ਇਸੇ ਤਰ੍ਹਾਂ ਬਾਕੀ ਸਰਕਾਰਾਂ ਬਣਨਗੀਆਂ ਉਹ ਵੱਖਰੀਆਂ, ਅਤੇ ਸਭ ਤੋਂ ਵੱਧ ਸਾਡਾ ਹੈ ਕਿ ਸ਼੍ਰੋਮਣੀ ਕਮੇਟੀ ਅਸੀਂ ਉਹਦੇ ਲਈ ਲੜਾਈ ਲੜਨ ਲਈ ਅਸੀਂ ਬਾਕੀ ਵੀ ਜਿੰਨੇ ਛੋਟੇ ਗਰੁੱਪ ਨੇ ਉਹਨਾਂ ਨੂੰ ਅਸੀਂ ਨਾਲ ਲੜਾਈਏ। ਸਾਡੇ ਨਾਲ ਜੰਮੂ ਦਾ ਯੂਨਿਟ ਹੈ ਜਿਹੜਾ, ਉਹਨੇ ਅਨਾਊਂਸ ਕਰ ਦਿੱਤਾ ਕਿ ਤੁਹਾਡੇ ਨਾਲ ਅਸੀਂ ਸਾਰੇ ਹਾਂ। ਫੈਡਰੇਸ਼ਨਾਂ ਦੇ ਜਿਹੜੇ ਪੁਰਾਣੇ ਫੈਡਰੇਸ਼ਨੀਆਂ ਨੇ ਜਿਨ੍ਹਾਂ ਦੇ ਪ੍ਰਧਾਨ ਸੀ, ਉਹ ਤਕਰੀਬਨ ਤੁਸੀਂ ਫੋਟੋ ਵੀ ਦੇਖੀ ਹੋਣੀ ਹੈ, ਉਹ ਇਕੱਠੇ ਹੋ ਕੇ ਸਾਡੇ ਨਾਲ ਆਏ ਨੇ। ਉਹਨਾਂ ਨੇ ਕਿਹਾ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਤੁਹਾਡਾ ਜੋ ਵੀ ਤੁਸੀਂ ਪ੍ਰੋਗਰਾਮ ਦਿਓਗੇ ਅਸੀਂ ਤੁਹਾਡੇ ਨਾਲ ਆ। ਇਸ ਤੋਂ ਇਲਾਵਾ ਕੱਲ੍ਹ ਨੂੰ ਯੂਨਾਈਟਿਡ ਅਕਾਲੀ ਦਲ ਉਹ ਵੀ ਜਲੰਧਰ ਵਿੱਚ, ਪਰਸੋਂ ਨੂੰ ਜਲੰਧਰ ਵਿੱਚ ਸਾਡੇ ਨਾਲ ਮੀਟਿੰਗ ਕਰਕੇ ਸਾਡੇ ਨਾਲ ਤੁਹਾਨੂੰ ਹੋਰ ਵੀ ਜਿੰਨੇ ਛੋਟੇ ਛੋਟੇ ਗਰੁੱਪ ਹੋਣਗੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਪ੍ਰੋਗਰਾਮ ਹੈ ਉਹਦੇ ਨਾਲ ਜੋੜ ਸਕੀਏ। ਸੋ ਇੰਨਾ ਕੁਛ ਕਹਿਦਾ ਹੋਇਆ, ਬਾਕੀ ਬੇਨਤੀ ਹੈ ਕਿ ਤੁਸੀਂ ਕੋਈ ਹਾਂ ਇੱਕ ਚੱਚ ਜਿਹੜੀ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਨੇ, ਜਿਨ੍ਹਾਂ 'ਚ 267 ਸਰੂਪ ਹੀ ਨਹੀਂ ਲੱਭ ਰਹੇ, ਪਤਾ ਨਹੀਂ ਕਿੱਥੇ ਨੇ। ਇੱਕ ਵੀ ਸਰੂਪ ਨਹੀਂ ਜਿਹੜਾ ਬਿਨਾਂ ਰਿਕਾਰਡ ਤੋਂ ਜਾ ਸਕਦਾ ਹੋਵੇ। ਉਹਦੇ ਲਈ ਸਾਡੀ ਪਾਰਟੀ ਨੇ ਫੈਸਲਾ ਕੀਤਾ ਕਿ ਉਹਨਾਂ ਨੇ ਪਛਤਾਤਾਪ ਨਹੀਂ ਕੀਤਾ ਅਜੇ ਤੱਕ, ਸ਼੍ਰੋਮਣੀ ਕਮੇਟੀ ਨੇ ਵੀ ਨਹੀਂ ਕੀਤਾ, ਕਿਸੇ ਨੇ ਨਹੀਂ ਕੀਤਾ, ਲੇਕਿਨ ਅਸੀਂ 1 ਅਗਸਤ ਤੋਂ ਪਛਤਾਤਾਪ ਦੇ ਅਖੰਡ ਪਾਠ ਸਾਹਿਬ ਸ਼ੁਰੂ ਕਰਾਵਾਂਗੇ। ਪਹਿਲਾਂ ਮਸਤੂਆਣਾ ਸਾਹਿਬ ਸੰਗਰੂਰ ਵਿੱਚ, ਉੱਥੋਂ 30 ਨੂੰ ਅਖੰਡ ਪਾਠ ਸਾਹਿਬ ਦੇ ਭੋਗ ਰੱਖੇ ਜਾਣਗੇ, 1 ਨੂੰ ਭੋਗ ਪਾਏ ਜਾਣਗੇ, ਔਰ ਉਸੇ ਤਰ੍ਹਾਂ ਹੀ ਹੋਰ ਵੀ ਜਦੋਂ ਟਾਈਮ ਟੂ ਟਾਈਮ ਅਸੀਂ ਬਾਕੀ ਜ਼ਿਲ੍ਹਿਆਂ ਵਿੱਚ ਵੀ ਉਹਨਾਂ ਦਾ ਪਛਤਾਤਾਪ ਕਰਨ ਲਈ, ਕਿਉਂਕਿ ਅਜੇ ਤੱਕ ਤਾਂ ਅਸੀਂ ਪਛਤਾਤਾਪ ਹੀ ਕਰ ਸਕਦੇ ਹਾਂ, ਅਜੇ ਤੱਕ ਅਸੀਂ ਕਿਉਂਕਿ ਸਾਡੇ ਕੋਲ ਕੋਈ ਕਮੇਟੀ ਨਹੀਂ, ਕੁਛ ਨਹੀਂ ਹੈ, ਉਸ ਕਰਕੇ ਉਹਦੇ ਲਈ ਅਸੀਂ ਪਛਤਾਤਾਪ ਦੇ ਅਸੀਂ ਕਰਦੇ ਰਹਾਂਗੇ ਔਰ ਸਾਰੇ ਜ਼ਿਲ੍ਹਿਆਂ 'ਚ ਤਕਰੀਬਨ ਅਸੀਂ ਉਹਦਾ ਪਛਤਾਤਾਪ ਦੇ ਅਖੰਡ ਪਾਠ ਸਾਹਿਬ ਦਿਖਾਵਾਂਗੇ। ਸੋ ਹੁਣ ਮੇਰੀ ਬੇਨਤੀ ਹੈ ਕੋਈ ਹੋਰ ਤੁਸੀਂ ਪੁੱਛਣਾ ਹੈ ਤੇ ਮੇਰੇ ਤੋਂ ਸਵਾਲ ਪੁੱਛ ਸਕਦੇ ਹੋ। ਬਹੁਤ ਮਿਹਰਬਾਨੀ। ਢਾਂਚਾ ਜਿਹੜਾ ਪਾਰਟੀ ਦਾ ਕਦੋਂ ਤੱਕ ਤੁਸੀਂ ਪੂਰਾ ਇਹਦਾ ਗਠਨ ਕਰ ਸਕਦੇ, ਅਲੱਗ-ਅਲੱਗ ਵਿੰਗ ਨੇ ਜਿਹਦੇ ਗਠਨ ਦੇਖੋ ਅਸੀਂ ਵਿੰਗ ਤਾਂ ਅਜੇ ਨਹੀਂ ਬਣਾ ਰਹੇ, ਅਸੀਂ ਅਜੇ ਕਮੇਟੀਆਂ ਬਣਾ ਰਹੇ ਹਾਂ। ਉਹਦੇ 'ਚ ਸਾਰੇ ਵਿੰਗਾਂ ਦੇ ਨੌਜਵਾਨਾਂ ਨੂੰ ਵੀ ਉਹਨਾਂ 'ਚ ਲਵਾਂਗੇ, ਪੁਰਾਣੇ ਅਕਾਲੀ ਨੇ ਜਿਹੜੇ ਉਹਨਾਂ ਤਜਰਬੇਕਾਰ ਨੇ ਜਿਹੜੇ ਉਹਨਾਂ ਨੂੰ ਵੀ ਲਵਾਂਗੇ, ਤਾਂ ਕਿ ਸਾਰਾ ਮੇਲ ਜੋਲ ਕਰਕੇ ਕਮੇਟੀਆਂ ਬਣਨ। ਅਤੇ ਅਸੀਂ ਭਰਤੀ ਸ਼ੁਰੂ ਕਰ ਰਹੇ ਹਾਂ। ਭਰਤੀ ਤੋਂ ਬਾਅਦ ਅਸੀਂ ਉਸੇ ਤਰ੍ਹਾਂ ਜੋ ਵਿਧਾਨ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੁਣ ਛਿੱਕੇ 'ਤੇ ਟੰਗਿਆ ਹੋਇਆ, ਉਹਦੇ ਮੁਤਾਬਕ ਹੀ ਸਾਰੀ ਚਾਹੇ ਸਰਕਲ ਦੇ
ਇਲੈਕਸ਼ਨ ਹੋਣ, ਡੈਲੀਗੇਟ ਚੁਣੇ ਜਾਣ, ਸਰਕਲਾਂ ਦੇ ਪ੍ਰਧਾਨ ਚੁਣੇ ਜਾਣ, ਉਹ ਸਰਕਲਾਂ ਤੋਂ ਅੱਗੇ ਜਾ ਕੇ ਜ਼ਿਲ੍ਹੇ ਚੁਣਨ, ਜ਼ਿਲ੍ਹੇ ਤੋਂ ਫਿਰ ਡੈਲੀਗੇਟ ਜਿਹੜੇ ਚੁਣੇ ਜਾਣਗੇ ਉਹ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਚੁਣਨਗੇ। ਐਸਜੀਪੀਸੀ ਦੀ ਚੋਣ ਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਸਾਰਿਆਂ ਨੇ ਮੇਨ ਮੋਰਚਾ ਸਾਹਿਬ ਜਿਵੇਂ ਸੇਵਾ ਸਾਹਿਬ ਬੈਠੇ ਆ, ਇਹਨਾਂ ਨੇ ਵੀ ਐਲਾਨ ਕੀਤਾ, ਐਸਜੀਪੀਸੀ ਕਦੋਂ ਤੱਕ ਹੋਣ ਦੀ ਸੰਭਾਵਨਾ ਤੁਸੀਂ? ਨਹੀਂ, ਅਸੀਂ ਇੱਕ ਦੋ ਅੱਜ ਹੀ ਹੋ ਸਕਦਾ ਸੀ, ਅੱਜ ਹੀ ਇਕੱਠੇ ਹੋਏ, ਅੱਜ ਹੀ ਚਿੱਠੀ ਲਿਖੀਏ, ਨਹੀਂ ਇੱਕ ਦੋ ਦਿਨ 'ਚ ਅਸੀਂ ਚਿੱਠੀ ਲਿਖ ਕੇ ਹੋਮ ਮਿਨਿਸਟਰ ਨੂੰ, ਹਿੰਦੁਸਤਾਨ ਦੇ ਨੂੰ, ਉਹਨਾਂ ਨੂੰ ਕਹਾਂਗੇ ਕਿ ਜੀ ਬੇਨਤੀ ਹੈ ਕਿ ਉਹਨਾਂ ਦਾ ਟਾਈਮ ਪੂਰਾ ਹੋਇਆ, ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਾਈ ਜਾਵੇ। ਅਸੀਂ ਬਾਕੀ ਗਰੁੱਪਾਂ ਨੂੰ ਵੀ ਜੋ ਸਾਡੇ ਨਾਲ ਵੀ ਨੇ ਹੁਣ, ਜਿਹੜੇ ਐਸਜੀਪੀਸੀ ਦੀ ਇਲੈਕਸ਼ਨ ਚਾਹੁੰਦੇ ਨੇ, ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਉਹਨਾਂ ਦੇ ਵੀ ਡੈਲੀਗੇਸ਼ਨ 'ਚ ਲੈ ਕੇ ਜਾਵਾਂਗੇ। ਇਹ ਆਪਣਾ ਇੱਕ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜੁਆਇਨ ਕਰ ਰਹੇ ਨੇ। ਨਹੀਂ, ਮੈਂ ਇੱਕ ਤੁਹਾਨੂੰ ਦੱਸਦਾ ਕਿ ਅਸੀਂ ਕੋਈ ਮੀਡੀਆ ਰਾਹੀਂ ਕੁਝ ਨਹੀਂ ਕਹਿ ਸਕਦੇ। ਤੁਹਾਨੂੰ ਬਹੁਤ ਥੋੜੀ ਦੇਰ 'ਚ ਹੀ ਪਤਾ ਲੱਗਦਾ ਹੈ, 2 ਮਹੀਨੇ 2 ਮਹੀਨੇ 'ਚ ਹੀ, ਕਿ ਕਿੱਡੇ ਕਿੱਡੇ ਬੰਦੇ ਉਹਨਾਂ ਨੂੰ ਛੱਡ ਕੇ ਸਾਡੇ ਨਾਲ ਆ ਰਹੇ ਨੇ। ਪਰ ਅੱਜ ਮੈਂ ਕੋਈ ਕਿਸੇ ਦਾ ਨਾਂ ਨਹੀਂ ਇੱਥੇ ਲੈ ਸਕਦਾ, ਤੇ ਨਾ ਹੀ ਮੈਂ ਨਾ ਕਹਿ ਸਕਦਾ, ਨਾ ਹੀ ਹਾਂ ਕਹਿ ਸਕਦਾ। ਸੋ ਢੀਂਡਸਾ ਸਾਹਿਬ, ਤੁਸੀਂ ਉਹਨੇ ਬੇਅਦਬੀ ਕਾਂਡ ਦੀ ਗੱਲ ਕਰ ਰਹੇ ਸੀਗੇ। ਮੁੱਖ ਮੰਤਰੀ ਪੰਜਾਬ ਦਾ ਕਹਿਣਾ ਕਿ ਸਾਨੂੰ ਬਾਦਲ ਸੀਨੀਅਰ ਜੂਨੀਅਰ ਦੇ ਖਿਲਾਫ ਕੋਈ ਸਬੂਤ ਨਹੀਂ ਮਿਲੇ। ਡੇਰੇ ਦਾ ਕਹਿਣਾ ਕਿ ਅਸੀਂ 2007 ਤੋਂ 2017 ਤੱਕ ਮਦਦ ਕਰ ਰਹੇ ਸੀ ਅਕਾਲੀ ਦਲ ਦੀ, ਤਾਂ ਸਾਨੂੰ ਫਸਾਇਆ ਜਾ ਰਿਹਾ ਹੈ। ਆਈਪੀਐਸ ਕੁਮਰ ਵਿਜੇ ਦਾ ਕਹਿਣਾ ਕਿ ਇਹਨਾਂ ਪਿਓ ਪੁੱਤ ਦੇ ਨਾਮ ਬਾਦਲ ਸਾਹਿਬ ਸੀਨੀਅਰ ਜੂਨੀਅਰ ਦੇ ਸ਼ਾਮਲ ਹੋ ਸਕਦੇ ਹਨ। ਇਹਨਾਂ ਤਿੰਨਾਂ ਅਫਸਰਾਂ ਦੇ ਜਾਂ ਨੇਤਾਵਾਂ ਦੇ ਬਿਆਨਾਂ ਨੂੰ ਲੈ ਕੇ ਸਿਆਸਤ ਕਿੰਨੀ ਹੈ ਤੇ ਇਹਦੇ 'ਚ ਹਕੀਕਤ ਕਿੰਨੀ ਹੈ? ਦੇਖੋ, ਗੱਲ ਇਹ ਆ ਵੀ ਉਹਨਾਂ ਦੇ ਬਿਆਨਾਂ ਤੋਂ ਪਤਾ ਹੀ ਲੱਗਦਾ ਹੈ ਕਿ ਕੈਪਟਨ ਸਾਹਿਬ ਤੇ ਬਾਦਲ ਪਰਿਵਾਰ ਮਿਲੇ ਨੇ। ਉਹਨਾਂ ਨਾਲ 3.25 ਸਾਲ ਹੋ ਗਏ ਸਰਕਾਰ ਬਣੀ ਨੂੰ, ਅਜੇ ਤੱਕ ਕੁਝ ਨਹੀਂ ਕੀਤਾ ਉਹਨਾਂ ਨੇ। ਉਹ ਤਾਂ ਕਹਿੰਦੇ ਸੀ ਮੈਂ 1 ਮਿੰਟ 'ਚ ਕੱਢ ਦਿਆਂਗਾ, ਮੈਂ ਤਾਂ 2 ਮਹੀਨੇ ਨਹੀਂ ਲਾਉਂਦਾ, ਮੈਂ ਤਾਂ ਕੱਢ ਕੇ ਦੇਵਾਂਗਾ, ਮੈਂ ਨਸ਼ੇ ਵੀ ਖਤਮ ਕਰ ਦੂੰਗਾ। ਤੇ ਹੁਣ ਦੱਸੋ ਕੁਝ ਨਹੀਂ ਹੋਇਆ, ਤੇ ਮੈਂ ਉਹਦੇ ਬਾਰੇ ਬਹੁਤਾ ਕੀ ਕਹਿ ਸਕਦਾ? ਬਾਕੀ ਸਾਰੀ ਦੁਨੀਆ ਜਾਣਦੀ ਹੈ। 5 ਸਾਲ ਪੁਰਾਣਾ ਮਾਮਲਾ ਹੈ, 5 ਸਾਲ ਪੁਰਾਣਾ ਮਾਮਲਾ ਹੈ। ਹੁਣ 1.5 ਸਾਲ ਜਾ ਕੇ ਐਸਆਈਟੀ ਬਹੁਤ ਤੇਜ਼ੀ ਨਾਲ, ਮਤਲਬ ਕਹਿ ਲਓ ਘੰਟਿਆਂ ਦੇ ਹਿਸਾਬ ਨਾਲ ਕਾਰਵਾਈ ਕਰ ਰਹੀ ਹੈ। ਨਹੀਂ, ਪਰ ਅਸੀਂ ਤਾਂ ਚਾਹੁੰਦੇ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ, ਜਿਹੜਾ ਹੁਣ ਸ਼ੁਰੂ ਕੀਤਾ। ਹੁਣ ਅਸੀਂ ਤਾਂ ਉਹਦਾ ਰਿਜ਼ਲਟ ਤੋਂ ਬਾਅਦ ਹੀ ਕਹਿ ਸਕਦੇ ਚੰਗੇ ਅਫਸਰ ਨੇ, ਨੋ ਡਾਊਟ। ਅਫਸਰਾਂ ਦੀ ਜਿਹੜੀ ਸਿੱਟ ਬਣੀ ਹੋਈ ਹੈ ਉਹ ਚੰਗੇ ਅਫਸਰ ਨੇ, ਸਾਨੂੰ ਉਮੀਦ ਹੈ ਕਿ ਉਹ ਕਰਨਗੇ। ਪਰ ਜਿੰਨਾ ਚਿਰ ਉਹਨਾਂ ਨੂੰ ਸਾਨੂੰ ਇਨਸਾਫ ਨਹੀਂ ਮਿਲਦਾ, ਉਹਨਾਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ, ਉਹਨਾਂ ਦੇ ਸਾਡੀ ਤਸੱਲੀ ਨਹੀਂ ਹੁੰਦੀ। ਕਿਸਾਂ ਦਾ ਸੁਖਬੀਰ ਸਿੰਘ ਬਾਦਲ ਤੇ ਪੋਸ਼ਾਕ ਦੇਣ ਦੇ ਦੋਸ਼ ਲੱਗੇ ਨੇ। ਉਦੋਂ ਤੁਸੀਂ ਵੀ ਉਸ ਵੇਲੇ ਅਕਾਲੀ ਦਲ ਦੇ ਵਿੱਚ ਸੀ, ਜਦੋਂ ਪੋਸ਼ਾਕ ਉਹਨੇ ਲਾਈਆ ਕਿ ਮੇਰਾ ਪ੍ਰੇਮੀ ਹੈ, ਕੁਝ ਮੇਰਾ ਉਹਨੇ ਲਾਇਆ, ਉਹਦੇ ਵਿੱਚ ਵੈਸੇ ਪਹਿਲੇ ਤੁਸੀਂ ਕਹਿ ਚੁੱਕੇ ਵੀ ਸਾਨੂੰ ਕੋਈ ਪੁੱਛਦੇ ਨਹੀਂ ਸੀ ਜਦੋਂ ਕਰਦੇ ਸੀ। ਕੀ ਇਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੀ ਗਲਤੀ ਹੋ ਸਕਦੀ ਹੈ ਗੈਸਟ ਹੋਣੀ ਜਾਂ? ਦੇਖੋ, ਉਸ ਤੋਂ ਬਾਅਦ ਸਾਡੀ ਮੀਟਿੰਗ ਨਹੀਂ ਹੋਈ। ਸਾਡਾ ਮਕਸਦ ਹੈ ਕਿ ਅਸੀਂ ਡੈਮੋਕ੍ਰੈਟਿਕ ਢੰਗ ਨਾਲ ਕਰਾਂਗੇ। ਅਸੀਂ ਕੋਈ ਇਹ ਨਹੀਂ ਹੈ ਕਿ ਪ੍ਰਧਾਨ ਜੋ ਮਰਜ਼ੀ ਬਿਆਨ ਦੇਵੇ ਜਾਂ ਕੋਈ ਸਾਡਾ ਬੰਦਾ ਦੇਵੇ। ਅਸੀਂ ਇਕੱਠੇ ਹੋ ਕੇ ਫੈਸਲਾ ਕਰਿਆ ਕਰਾਂਗੇ, ਜੋ ਚਾਹੇ ਕਮੇਟੀ ਕਰੇ। ਜਿਹੜੀ ਪੋਸ਼ਾਕ ਕਮੇਟੀ ਬਾਰੇ ਪੋਸ਼ਾਕ ਦਿੱਤੀ ਹੈ ਡੇਰਾ ਪ੍ਰੇਮੀ ਪੋਸ਼ਾਕ ਤਾਂ ਉਹਨਾਂ ਦੀ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਦੇ ਉਹਨੇ ਲੇਡੀ ਨੇ ਕਿਹਾ, ਤੇ ਉਹਦੇ ਬਾਰੇ ਅਸੀਂ ਕੀ ਕਹਿ ਸਕਦੇ? ਉਹ ਤਾਂ ਉਹਦੇ ਅੰਦਰੋਂ ਆਈ ਹੈ, ਵੀਰਪਾਲ ਕੌਰ ਨੇ ਅੰਦਰੋਂ ਆਈ ਹੈ, ਉਹ ਤਾਂ ਆਵਾਜ਼ ਉਹਨਾਂ ਦੇ ਅੰਦਰੋਂ ਉੱਠੀ ਹੈ, ਤੇ ਉਹਨਾਂ ਨੂੰ ਜ਼ਿਆਦਾ ਪਤਾ ਹੋ ਸਕਦਾ। ਬਾਕੀ ਸਾਨੂੰ ਤੇ ਤੁਹਾਨੂੰ ਪਤਾ ਹੋਣ ਤੋਂ। ਤੁਸੀਂ ਦਿੱਲੀ ਜਾ ਕੇ ਆਏ ਹੋ, ਕੀ ਉਹਦੀ ਗੱਲ ਕੀ ਤੁਸੀਂ ਦਿੱਲੀ ਗੁਰਦੁਆਰੇ ਦੀ ਚੋਣਾਂ ਲੜੋਗੇ? ਦਿੱਲੀ ਅਸੀਂ ਆਪ ਚੋਣਾਂ ਨਹੀਂ ਲੜਨੀਆਂ, ਦਿੱਲੀ ਕਮੇਟੀ ਦੀਆਂ, ਗੁਰਦੁਆਰਾ ਕਮੇਟੀ ਦੀਆਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਿੱਲੀ ਅਕਾਲੀ ਦਲ ਔਰ ਇਹ ਜਾਗੋ ਜਿਹੜੀ ਜੀਕੇ ਨੇ ਬਣਾਈ ਹੈ, ਜਾਂ ਹੋਰ ਜਿਹੜੇ ਗਰੁੱਪ ਨੇ, ਉਹਨਾਂ ਨੂੰ ਇਕੱਠਿਆਂ ਕਰਕੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਔਰ ਉਹ ਜਦੋਂ ਕੋਈ ਪੋਲੀਟੀਕਲ ਆਏਗੀ, ਕੋਈ ਕਾਰਪੋਰੇਸ਼ਨ ਆਉਣਗੀਆਂ ਜਾਂ ਅਸੈਂਬਲੀ ਆਏਗੀ, ਉਹ ਤਾਂ ਫਿਰ ਅਸੀਂ ਆਪਣੀ ਪਾਰਟੀ ਫੈਸਲਾ ਕਰਾਂਗੇ ਕਿ ਅਸੀਂ ਲੜਨੀ ਹੈ ਕੀ ਕਰਨਾ। ਇਹ ਸਭ ਜਿਹੜੀਆਂ ਦੂਜੀਆਂ ਤੁਹਾਡੇ ਦਲ ਬਣੇ ਹੋਏ ਨੇ ਅਲੱਗ-ਅਲੱਗ, ਭਾਵੇਂ ਜਾਗੋ ਹੈਗੀ ਹੈ ਪਾਰਟੀ ਜਾਂ ਅਕਾਲੀ ਦਲ 1920, ਕੀ ਇਹ ਆਉਣ ਵਾਲੇ ਦਿਨਾਂ 'ਚ ਮਰਜ ਹੋ ਸਕਦੇ ਆ ਤੁਹਾਡੇ ਵਾਲੇ ਸਪੋਰਟ ਕਰਦੇ? ਦੇਖੋ, ਅੱਜ ਮੈਂ ਕੁਝ ਨਹੀਂ ਕਹਿ ਸਕਦਾ। ਅਸੀਂ ਤਾਂ ਸਾਰਿਆਂ ਨੂੰ ਕੋਸ਼ਿਸ਼ ਕਰਾਂਗੇ। ਸਾਡੀ ਤਾਂ ਬੇਨਤੀ ਹੋਊਗੀ ਵੀ ਸਾਰਿਆਂ ਨੂੰ ਇਕੱਠੇ ਕਰੀਏ। ਸਾਡਾ ਮਕਸਦ ਇੱਕ ਹੈ ਕਿ ਇਹਨਾਂ ਦੇ ਖਿਲਾਫ ਜਿੰਨੇ ਵੀ ਨੇ ਬੰਦੇ, ਤਾਂ ਕਿ ਸੱਚਾਈ ਨੂੰ ਅਸੀਂ ਕੱਢ ਸਕੀਏ। ਇਕੱਠੇ ਕਰਨ ਲਈ ਸਾਡਾ ਯਤਨ ਹੈ ਕਿ ਅਸੀਂ ਇਕੱਠਾ ਕਰਾਂਗੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸੋ ਨਾਈਸ। ਹਲੋ, ਆਹ ਤਲਵੰਡੀ ਸਾਹਿਬ ਦੇ ਤਲਵੰਡੀ ਸਾਹਿਬ ਦੀ ਸੁਣ ਲਓ। I want to say something, please. ਪਹਿਲਾਂ ਤਾਂ ਮੈਂ ਇਸ ਗੁਸਤਾਖੀ ਦੀ ਮਾਫੀ ਮੰਗਦਾ ਕਿ ਅਸੀਂ ਥੋੜ੍ਹਾ ਜਿਹਾ ਲੇਟ ਹੋ ਗਏ।
ਪ੍ਰੋਗਰਾਮ ਪਹਿਲਾਂ ਸੀ ਕਿ ਇੱਥੇ ਆਉਣ ਦਾ, ਪਰ ਮਾਤਾ ਜੀ ਕਿਉਂਕਿ ਉਹਨਾਂ ਦੀ ਉਮਰ 92 ਸਾਲ ਆ, ਇਸ ਕਰਕੇ ਅਸੀਂ ਸਮਝਿਆ ਕਿਤੇ ਹੋਰ ਨਾ ਬਿਮਾਰੀ ਸੇੜ ਬੈਠੀਏ ਤੇ ਢੀਂਡਸਾ ਸਾਹਿਬ ਇਸ ਕਰਕੇ ਪਹਿਲਾਂ ਉੱਥੇ ਆ ਗਏ ਤੇ ਟਾਈਮ ਲੱਗ ਗਿਆ। ਦੇਖੋ ਜੀ ਮੈਂ ਬੜੀ ਮਿਹਨਤ ਦੇ ਨਾਲ, ਜਨਪ੍ਰੀਤ ਜੀ ਮੇਰੀ ਮਿਹਨਤ ਦੇ ਨਾਲ, ਕਿਉਂਕਿ ਅਲਫਾਜ਼ ਜਦੋਂ ਉਲਟ ਫੁਲਟ ਹੋ ਜਾਂਦੇ ਨੇ ਜਾਂ ਤੁਸੀਂ ਕੋਈ ਕੁਐਸਚਨ ਪੁੱਛਦੇ ਹੋ ਤਾਂ ਕਈ ਵਾਰੀ ਜ਼ਬਾਨ ਪਲਟਾ ਖਾ ਜਾਂਦੀ ਹੈ। ਇਸ ਕਰਕੇ ਮੈਂ ਆਪਣੇ ਜਜ਼ਬਾਤ ਆਪਣੇ ਹੱਥਾਂ ਦੇ ਨਾਲ ਲਿਖ ਕੇ ਲੈ ਆਇਆ। ਆਸ ਕਰੋਗੇ ਕਿ ਤੁਸੀਂ ਉਹਨੂੰ ਜ਼ਰੂਰ ਸੁਣਨ ਦੀ ਕੋਸ਼ਿਸ਼ ਕਰੋਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਜੀ ਢੀਂਡਸਾ ਜੀ ਇੱਥੇ ਹਾਜ਼ਰ, ਸਮੁੱਚੀ ਅਕਾਲੀ ਲੀਡਰਸ਼ਿਪ, ਮੇਰੇ ਨਾਲ ਬੈਠੇ ਹੋਏ ਬਲਦੇਵ ਸਿੰਘ ਜੀ ਬਲਮਗੜ, ਐਕਸ MLA ਬਠਿੰਡਾ, ਅਤੇ ਸਮੁੱਚੀ ਲੀਡਰਸ਼ਿਪ ਜੋ ਕੁਰਸੀਆਂ ਤੇ ਸੁਭਾਇਮਾਨ ਆ, ਇਲੈਕਟ੍ਰੋਨਿਕ ਔਰ ਪ੍ਰਿੰਟਡ ਮੀਡੀਆ ਤੋਂ ਆਏ ਹੋਏ ਪ੍ਰੈਸ ਦੇ ਰਿਪੋਰਟਰ ਸਾਹਿਬਾਨ, ਸਾਰਿਆਂ ਦੇ ਚਰਨਾਂ 'ਚ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਪਿਤਾ ਨੇ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਜਿਹਨੂੰ ਕਿਹਾ ਜਾਂਦਾ, ਔਰ ਜਿਹਦਾ ਕੁਰਬਾਨੀ ਭਰਿਆ ਇਤਿਹਾਸ ਹੈ, ਉਸ ਪਾਰਟੀ ਦਾ ਉਹਨਾਂ ਨੂੰ ਭਰਾ ਬਣਾ ਦਿੱਤਾ। ਸੁਖਬੀਰ ਸਿੰਘ ਕਦੇ ਵੀ ਆਪਣੀ ਪ੍ਰਧਾਨ ਲਈ ਨਾ ਤਾਂ ਤਜਰਬਾ, ਨਾ ਦੂਰਦੇਸ਼ੀ ਅਤੇ ਨਾ ਕੋਈ ਉਹਦਾ ਸੇਵਾ ਭਾਵਨਾ ਦਾ ਮਕਸਦ ਸੀ। ਉਹ ਤਾਂ ਇੱਕ ਬਿਜ਼ਨਸਮੈਨ, ਇਸ ਸ਼ਹੀਦਾਂ ਦੀ ਪਾਰਟੀ ਨੂੰ ਇੱਕ ਕਾਰਪੋਰੇਟ ਰੂਪ ਦੇ ਮੁਨਾਫਾ ਕਮਾਉਣ ਦਾ ਇੱਕ ਢੰਗ ਤਰੀਕਾ ਲੱਭ ਲਿਆ। ਭਾਵੇਂ ਉਸਨੇ ਇਸ ਵਾਸਤੇ SDPC ਦੇ ਫੰਡਾਂ ਦੀ ਦੁਰਵਰਤੋਂ ਕੀਤੀ ਅਤੇ ਪਾਰਟੀ ਨੂੰ ਇਸ ਸਿਖਰ 'ਤੇ ਲਿਆ ਦਿੱਤਾ ਕਿ ਅੱਜ ਇਸੇ ਤਰ੍ਹਾਂ ਦੇ ਇਲਜ਼ਾਮ ਵੀ ਲੱਗ ਰਹੇ ਨੇ ਕਿ ਸੱਚਾ ਸੌਦਾ ਸਾਧ ਘਟਨਾਕ੍ਰਮ ਪਿੱਛੇ ਵੀ ਬਾਦਲ ਪਰਿਵਾਰ ਦਾ ਹੱਥ ਹੈ। ਸੁਖਬੀਰ ਸਿੰਘ ਬਾਦਲ ਇੱਕ ਐਸਾ ਅਕਾਲੀ ਦਲ ਦਾ ਪ੍ਰਧਾਨ ਹੋਇਆ ਜਿਸ ਉੱਪਰ ਕਰਪਸ਼ਨ ਅਤੇ ਪਾਰਟੀ ਨੂੰ ਢਾਹ ਲਾਉਣ ਦੇ ਇਲਜ਼ਾਮ ਵੀ ਲੱਗ ਰਹੇ ਨੇ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਜਿੰਨੇ ਵੀ ਪ੍ਰਧਾਨ ਹੋਏ ਨੇ ਉਹਨਾਂ ਨੇ ਆਪਣੇ ਰਹਿੰਦਿਆਂ ਨਾ ਕੋਈ ਕਰਪਸ਼ਨ ਕੀਤੀ ਤੇ ਨਾ ਹੀ ਪੰਥ ਨੂੰ ਧੋਖਾ ਦਿੱਤਾ। ਅੱਜ ਸ਼੍ਰੋਮਣੀ ਅਕਾਲੀ ਦਲ ਜਿਸ ਅਖੌਤੀ ਪ੍ਰਧਾਨ ਸੁਖਬੀਰ ਸਿੰਘ ਹੈ, ਉਸ ਸੋਸ਼ਲ ਮੀਡੀਆ ਦੇ ਓਟ ਵਿੱਚ ਇਸ ਤਰ੍ਹਾਂ ਵਿਚਰ ਰਹੇ ਨੇ, ਉਹਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ। ਮਨ ਦੁਖੀ ਹੁੰਦਾ ਹੈ ਅੱਜ ਇਸ ਪੱਧਰ 'ਤੇ ਅਕਾਲੀ ਦਲ ਆ ਗਿਆ। ਮੈਨੂੰ ਮਾਫ ਕਰਨਾ, ਕਈ ਪੱਤਰਕਾਰ ਸਾਹਿਬਾਨ ਬੇਸ਼ੱਕ ਪੁੱਛ ਵੀ ਲਿਓ ਕਿ ਤੁਸੀਂ ਹੁਣ ਤਾਈਂ ਕਿਉਂ ਉਡੀਕਦੇ ਰਹੇ, ਤੁਸੀਂ ਹੁਣ ਤਾਈਂ ਕਿਉਂ ਨਹੀਂ ਡਿਸੀਜ਼ਨ ਲਿਆ। ਉਹਦਾ ਕਾਰਨ ਇਹ ਸੀ ਕਿ ਇਸ ਗੱਲ ਨੂੰ ਅੱਗੇ ਤੋਰਨ ਵਾਲਾ ਕੋਈ ਉਹ ਜਰਨੈਲ ਜਿਹਦੀ ਸ਼ਖਸੀਅਤ ਉੱਚੀ ਤੇ ਸੁੱਚੀ ਹੋਵੇ, ਉਹ ਪਾਰਟੀ ਦੇ ਅੱਗੇ ਲੱਗੇ ਤੇ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਕੁਰਬਾਨੀਆਂ ਦੇ ਕੇ ਸਿੰਘਾਂ ਨੇ 1920 ਵਿੱਚ ਸਥਾਪਿਤ ਕੀਤਾ, ਉਹਦੀ ਅਗਵਾਈ ਕਰ ਸਕੇ। ਅੱਜ ਉਸ ਦੇ ਰੂਪ ਵਿੱਚ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣ ਲਏ ਗਏ ਨੇ। ਇਸੇ ਕਰਕੇ ਹੀ ਅੱਜ ਇਹਨਾਂ ਨੇ ਜਦੋਂ ਉੱਥੇ ਇਕੱਠ ਕੀਤਾ ਸੀ ਸੰਗਰੂਰ, ਠਾਠਾ ਮਾਤਾ ਇਕੱਠ ਹੋਇਆ, ਉਹਨਾਂ ਨੇ ਇਹਨਾਂ ਨੂੰ ਉੱਥੇ ਜਾ ਕੇ ਬੁਰਾ ਭਲਾ ਕਿਹਾ ਤੇ ਇਹ ਵੀ ਕਿਹਾ ਕਿ ਇਹਨਾਂ ਨੂੰ ਪਾਰਟੀ 'ਚੋਂ ਕੱਢਤਾ। ਤੇ ਪਾਰਟੀ ਕਿਹੜਾ ਕਿਸੇ ਦੀ ਜੱਗੀ ਜ਼ਮੀਰਦਾਰ ਹੁੰਦੀ ਹੈ। ਇਸ ਕਰਕੇ ਇਹਨਾਂ ਨੇ ਉਦੋਂ ਵੱਡਾ ਇਕੱਠ ਕਰਕੇ ਉਹਨੂੰ ਕੱਢਤਾ। ਹੁਣ ਸ਼੍ਰੋਮਣੀ ਅਕਾਲੀ ਦਲ ਉਹ ਹੁੰਦਾ ਜੋ ਅਕਾਲੀ ਦਲ ਦੀਆਂ ਰੋਹ ਰੀਤੀਆਂ ਚੱਲੇ, ਉਸ 'ਤੇ ਪਹਿਰਾ ਦੇਵੇ।
ਸਾਨੂੰ ਲੋਕਾਂ ਨੇ, ਪੰਜਾਬੀਆਂ ਨੇ 10 ਸਾਲ ਲਗਾਤਾਰ ਸੱਤਾ ਵਿੱਚ ਰਹਿਣ ਦਾ ਮੌਕਾ ਦਿੱਤਾ ਅਤੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖਿਲਵਾੜ ਕੀਤਾ। SGPC ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ, ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਨੂੰ ਬਹਾਲ ਕਰਨ ਦੇ ਲਈ ਇੱਕ ਹਮਲਾ ਮਾਰਿਆ ਗਿਆ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਵੱਲੋਂ, ਜਿਸ ਦੇ ਨਾਲ ਅਸੀਂ ਚੱਲੇ ਹਾਂ। ਮੇਰੇ ਪਿਤਾ ਜੀ ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਿਨ੍ਹਾਂ ਨੂੰ ਪੰਥ ਦੇ ਲੋਹ ਪੁਰਸ਼ ਕਿਹਾ ਜਾਂਦਾ, ਔਰ ਉਹਨਾਂ ਨੇ ਸਾਰੀ ਉਮਰ ਪੰਥ ਦੀ ਸੇਵਾ ਕੀਤੀ। ਪੰਥ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ, ਪੰਥ ਨੇ ਉਹਨਾਂ ਨੂੰ SGPC ਦਾ ਪ੍ਰਧਾਨ ਬਣਾਇਆ। ਉਹ ਬੜੀ ਇਮਾਨਦਾਰੀ ਨਾਲ ਉਹਨਾਂ ਨੇ ਪ੍ਰਧਾਨਗੀ ਕੀਤੀ ਔਰ ਮੈਨੂੰ ਬਹੁਤ ਸਾਰੀਆਂ ਹੋਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਮੇਰੇ ਸਾਹਮਣੇ ਬੈਠ ਕੇ ਕੀਤੀਆਂ। ਅੱਜ ਮੌਕਾ ਨਹੀਂ, ਕਿਉਂਕਿ ਤੁਸੀਂ ਥੋੜ੍ਹੇ ਮਨਾਂ ਵਿੱਚ ਹੈ ਕਿ ਸਾਨੂੰ ਪਹਿਲਾਂ ਹੀ ਇਹਨਾਂ ਨੇ ਲੇਟ ਕਰਤਾ। ਮੈਂ ਬਹੁਤੇ ਲੰਮੇ ਚੌੜੇ ਸਪੀਚ ਨਹੀਂ ਜਾਣਾ ਚਾਹੁੰਦਾ, ਲੇਕਿਨ ਅੱਜ ਇਸ ਪਰਿਵਾਰਵਾਦ, ਰਾਜਸੀ ਸ਼ਕਤੀ ਦੀ ਦੁਰਵਰਤੋਂ ਕਰਦੇ ਜਿਸ ਢੰਗ ਨਾਲ ਇਹਨਾਂ ਨੇ ਕਮਾਈਆਂ ਕੀਤੀਆਂ ਨੇ, ਉਹ ਸੁਖਬੀਰ ਹਨ ਤਾਂ ਪੰਥ ਖੇੜਾ ਆਪਣੇ ਆਪ ਨਾਲ ਜਿਸ ਵੱਲ ਦਾ ਇੱਕ ਦਿਨ ਇਹਨਾਂ ਨੂੰ ਕੱਲੀ ਪਾਈ ਦਾ ਹਿਸਾਬ ਦੇਣਾ ਪੈਣਾ ਅਤੇ ਇਹਨਾਂ ਨੂੰ ਔਰ ਪੰਜਾਬ ਦੇ ਵਿੱਚ ਕਿਸੇ ਨੇ ਮੂੰਹ ਨਹੀਂ ਲਾਉਣਾ। ਅੱਜ ਅਸੀਂ ਸਾਰੇ ਪੰਥ ਦਰਦੀ ਅਤੇ ਗੌਰਮਈ ਅਕਾਲੀ ਦਲ ਦੇ ਸਿਪਾਹ ਸਲਾਰ ਸਾਹਿਬ ਢੀਂਡਸਾ ਦੀ ਅਗਵਾਈ ਇਕੱਠੇ ਹੋ ਕੇ, ਸਾਡਾ ਕੋਈ ਆਪਣਾ ਪਰਸਨਲ ਏਜੰਡਾ ਨਹੀਂ, ਨਾ ਕੋਈ ਸਾਨੂੰ ਲਾਲਸਾ, ਨਾ ਭਾਵਨਾ, ਅਸੀਂ ਨਿਰੋਲ ਪੰਥ ਇਤਿਹਾਸੀ ਹਾਂ ਤੇ ਇਹਨਾਂ ਦੀ ਨਾਲ ਲੱਗ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੂੰ ਬੁਲੰਦੀਆਂ ਵਿੱਚ ਲੈ ਕੇ ਜਾਵਾਂਗੇ। ਕਈ ਲੋਕ ਮਹਿਸੂਸ ਕਰਦੇ ਨੇ ਕਿ ਤੁਸੀਂ ਬਹੁਤ ਲੇਟ ਹੋ। ਦੇयर इज सेइंग इन इंग्लिश, इट्स नेवर लेट टू चेंज द डायरेक्शन ਜਾਂ ਡ੍ਰੀਮ ਆਫ ਡ੍ਰੀਮਸ ਹੋ ਸਕਦੇ ਨੇ। ਭਾਵੇਂ ਤੁਸੀਂ ਗਲਤ ਰਸਤੇ ਜਿੰਨੇ ਵੀ ਚੱਲੇ ਹੋ, ਨਿਕਲ ਗਏ ਹੋ, ਫਿਰ ਵੀ ਤੁਸੀਂ ਵਾਪਸ ਆ ਸਕਦੇ ਹੋ। ਔਰ ਮੈਂ ਦੱਸਣਾ ਚਾਹੁੰਦਾ, ਸਾਡੇ ਰਾਜ ਦੇ ਵਿੱਚ ਕਿਸਾਨਾਂ ਦੀ ਜੋ ਬਰਬਾਦੀ ਹੋਈ, ਜਿਵੇਂ ਉਹਨਾਂ ਨੇ ਖੁਦਕੁਸ਼ੀਆਂ ਕੀਤੀਆਂ, ਸਾਡੇ ਨੌਜਵਾਨੀ ਖਤਮ ਕਰ ਦਿੱਤੀ। ਅੱਜ ਪੰਜਾਬ ਖਤਮ ਹੋ ਰਿਹਾ, ਨੌਜਵਾਨ ਭੱਜ ਕੇ ਵਿਦੇਸ਼ਾਂ ਨੂੰ ਜਾ ਰਿਹਾ ਔਰ ਇਹਦਾ ਜ਼ਿੰਮੇਵਾਰ ਕੌਣ ਆ? ਅਸੀਂ ਸਾਰੇ। ਹਾਂਜੀ, ਤੁਸੀਂ ਕੁਛ ਕਹਿਣਾ ਚਾਹੁੰਦੇ ਸੀ? You spoke about Sukhbir Badal and he is running about the corporate sector, whatever. What are your views about the senior Badal, Prakash Badal? ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਇਹਨਾਂ ਨੇ ਕਿਹਾ ਕਿ ਤੁਸੀਂ ਕੁਛ ਨਹੀਂ ਬੋਲੇ। ਜਦੋਂ ਪਰਿਵਾਰ ਦੀ ਗੱਲ ਆ ਗਈ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਨਾਂ ਨਾਲ ਹੀ ਆ ਗਿਆ। ਇਕੁਅਲੀ ਰਿਸਪੌਂਸਿਬਲ। ਜੇਕਰ ਉਹ ਚਾਹੁੰਦੇ, ਉਹਨਾਂ ਦਾ 80 ਸਾਲ ਦਾ ਤਜਰਬਾ ਸੀ, ਉਹ ਰੋਕਦੇ ਕਿ ਕਾਕਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਅਸੂਲ ਲਈ, ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰ ਦੀਆਂ ਲੀਹਾਂ ਤੇ ਨਹੀਂ ਜਾਇਆ ਜਾ ਸਕਦਾ। ਔਰ ਕਦੇ ਹੋਇਆ, ਤੁਸੀਂ ਸਾਰਿਆਂ ਨੇ ਸੁਣਿਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਨੇ ਸੱਦਿਆ ਕਿ ਉਹ ਆਨੇ ਆ, ਉਹ ਕਾਣਿਆ, ਤੂੰ ਮੋਹਰਾ ਨਾਚੀ ਨੂੰ ਲਾਹੌਰ ਦੇ ਬਾਜ਼ਾਰਾਂ 'ਚ ਘੁਮਾਉਣਾ, ਤੈਨੂੰ ਸਜ਼ਾ ਦਿੱਤੀ ਜਾਣੀ ਹੈ। ਉਹ ਅਕਾਲ ਤਖਤ 'ਤੇ ਹਾਜ਼ਰ ਹੋਇਆ, ਸਾਰੇ ਜਾਣਦੇ ਆ ਕਿ ਨਹੀਂ? ਔਰ ਉਹ ਹਾਜ਼ਰ ਹੋਇਆ, ਉਹਦੇ ਕੋਲੇ ਮਾਰਨ ਦੀ ਸਜ਼ਾ ਦਿੱਤੀ ਗਈ। ਉਹਨੇ ਸ਼ਾਹੀ ਪੋਸ਼ਾਕ ਲਾ ਕੇ ਟੰਗ ਦਿੱਤੀ, ਸਿਰ ਝੁਕਾ ਲਿਆ, ਲੇਕਿਨ ਕੋੜੇ ਨਹੀਂ ਮਾਰੇ ਗਏ। ਜਿੰਨੇ ਜਰਨੈਲ ਬੈਠੇ ਸੀ ਮਿਸਲਾਂ ਦੇ, ਉਹਨਾਂ ਨੇ ਇਹ ਗੱਲ ਕਹੀ ਕਿ ਇੰਨਾ ਨਿਮਾਣਾ, ਇੰਨਾ ਨਤਾਣਾ, ਇਹ ਬਾਦਸ਼ਾਹ ਹੋ ਕੇ ਇਹਨੂੰ ਬਖਸ਼ ਦਿਓ। ਅਕਾਲੀ ਫੂਲਾ ਸਿੰਘ ਨੇ
क्या मूर्ति है जी गलती ना करी लेकिन अज का प्रधान अज का श्रोमणी अकाली दल का प्रधान तख्त साहिबान के जथेदारां आपदे घरे बुला के और सौदा साध सरदार प्रकाश सिंह बादल ने अपने घर च बुला के उतो सौदा साध की माफ़ी ते दस्तखत कराए। मैं इत्थे ये भी दसना चाहना कि उन्हें माफ़ी शब्द च लिखिया भी नहीं सी लैटर च इन्हें आप टाइप कराया। तुहानू किसी नूं एक होर गल दा पता नहीं अज वो भी सुन लो सानू इन्होंने 40-45 MLA कांग्रेस के आप दे अकाली दल दे अमृतसर सद लिया। असी क्या सानू काहनूं सद्या कहते तुसी डेरा सच्चा सौदा गए सी वो असी क्या असी तां जिंदगी भर गुरु ग्रंथ साहिब तो बगैर मत्था नहीं टेकिया किसी नूं गुरु नहीं मन्निया पर तुसी सेवा लाती सानू मंजूर आ। जिस दिन सेवा पूरी होगी मैं अकाल तख्त साहब के जथेदार को मिलने गया कवरेज और उत्थे होर भी जथेदार साहबान बैठे सी। मैं गल कही कि जथेदार साहब असी तो साहब के डेरे तक नहीं गए तुसी सानू सेवा क्यों लाई कहते गलती थोड़े प्रधान की है वो तो पुछो उन्हें ऐलान किया सी कि उन्हें लैनी है। मैं कहा सानू सेवा क्यों लाई कहते ये मैं की कहा ये भी अपने प्रधान तो पूछ लो उन्हें क्या सी इन्होंने आदमी बुला ली। सो ये हाल आ साड़ी पार्टी का क्योंकि ना आस्क मी एनी क्वेश्चन 90 लाख रुपया और होर हाँ एक गौरतलब गल है कि मैं ये भी कहा गया मैं क्या जिन्हें प्रधान ने सानू भेजा सी कि तुसी सेवा लाओगे वो कहते हुण दस की करिए तू गल ही है पुछ ली कोई जवाब नहीं दिता सेवा नहीं लाई 90 लाख रुपया IGP का बस ठीक है ਹੁਣ ਇੰਨਾ ਹੀ ਧੰਨਵਾਦ ਲੰਬਾ ਹੋ ਗਿਆ सारा ਜਿਹੜਾ ਹੋਣਾ ਹੈ हाँ जी ਤੁਸੀਂ ਢੀਂਡਸਾ ਸਾਹਿਬ ਤੋਂ ਬਾਅਦ ਹੀ ਜਦੋਂ ਢੀਂਡਸਾ ਸਾਹਿਬ ਗੋਬਿੰਦਵਾਲ ਚ ਹੋ ਕੇ ਸੇਵਾ ਕਰਨ ਗਏ ਸੀ ਉੱਥੇ ਪਸਤਾ ਜਪ ਕਰਕੇ ਅਸੀਂ ਅਰਦਾਸ ਕਰਕੇ ਤੁਸੀਂ ਵੀ ਉੱਥੇ ਕਰਕੇ ਆਏ ਸੀ ਬਾਅਦ ਚ ਇੰਨਾ ਟਾਈਮ ਕਿੰਨਾ ਲੱਗ ਗਿਆ ਬਹੁਤ ਟਾਈਮ ਲੱਗ ਗਿਆ ਤੁਹਾਨੂੰ ਜਿਹੜਾ ਹੈਗਾ ਇਹਨਾਂ ਦੇ ਫੈਸਲਾ ਲੈ मैं आपके सारे जो श्रोमणी अकाली दल सिपासला सी जो तलवंडी साहब के नाल ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ ਸੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਸੀ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਸੀ ਇਸ ਕਰਕੇ ਅੱਜ ਬਹੁਤ ਵੱਡੀ ਮਹਾਨ ਜਿੱਤ ਹੋਈ ਹੈ। ਸਾਰਿਆਂ ਨੇ ਸਾਰਾ ਪਰਿਵਾਰ ਤੇ ਉਹਨਾਂ ਦੇ ਵਰਕਰ ਸਾਹਿਬਾਨਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਮੈਂ ਢੀਂਡਸਾ ਸਾਹਿਬ ਦਾ ਸਾਥ ਦੇਵਾਂ और सच्चे राह चल के अकाली दल का झंडा बुलंद करिए। थैंक यू जी थैंक यू थैंक यू सो मच। थैंक यू सो मच।